ਹੁਣ ਜੇ ज़्यादा मार ली वो फिर वो भी एक शॉट मन्निया जाता है, घट मार लिया वो फिर 3 शॉट मन्ने जाते हैं। मतलब बड़े फोकस नाल 20 यार्ड दे ग्रीन दे अंदर तुहानूं एक छोटी जी बॉल पानी होंदी है। मैं सोचा सी पहला कि मैं छड्ड दा, फिर मैं सोचा सी कि नहीं मैं इंडिया नूं रिप्रजेंट कर रही हूँ तो मैनूं नहीं छड्डना चाहिए, मैनूं मतलब पार्टिसिपेट एटलीस्ट करना चाहिए है। ਮੈਨੂੰ ਤੇ ਮੇਰੀ ਵਾਈਫ ਨੇ ਸੀਗੀ ਕਿ ਜੋ ਅਸੀਂ ਸਾਡੀ ਹੈਸੀਅਤ ਜਿੰਨੀ ਕੁ ਹੈਗੀ ਆ ਅਸੀਂ ਇਹਨਾਂ ਨੂੰ ਉਹ ਸਾਰੀਆਂ ਫੈਸਿਲਿਟੀਜ਼ ਜਾਂ ਓਪਰਚੁਨਿਟੀਜ਼ ਦਈਏ ਜਿਹੜੀ ਕਿ ਅਸੀਂ ਇੱਕ ਬੇਟੇ ਨੂੰ ਦਿੰਦੇ। ਤੇ ਰਬਾਬ ਨੂੰ ਮੈਂ ਸਵੇਰੇ ਉਠਾਇਆ ਨਹੀਂ, ਮੈਂ ਕਿਹਾ ਰਬਾਬ ਤੁਸੀਂ ਠੀਕ ਨਹੀਂ ਹੋ ਤਾਂ ਤੁਸੀਂ ਨਾ ਖੇਲੋ ਤੇ ਬੈਠ ਰਹੋ, ਪਰ ਰਬਾਬ ਨੇ ਕਿਹਾ ਕਿ ਨਹੀਂ ਮੰਮਾ ਜੇ ਮੈਂ ਆਈ ਹਾਂ ਤੇ ਮੈਂ ਖੇਲੂੰਗੀ ਜ਼ਰੂਰ, ਜਿੰਨਾ ਮਰਜ਼ੀ ਫੀਵਰ ਹੋਵੇ ਬਟ ਆਈ ਵਿਲ ਪਲੇ। जिन्ने वधिया तरीके नाल जित्ती है तो मैं समझदा कॉन्फिडेंस बहुत है, नैवर गिव अप एटीट्यूड है, तो यही चीज़ एक स्पोर्ट्स बच्चों को सिखाती है इन्नी छोटी उम्र से। ਅੱਜ ਦੇ ਜ਼ਮਾਨੇ ਵਿੱਚ ਬੇਟੀਆਂ ਕਿਸੇ ਤੋਂ ਘੱਟ ਨਹੀਂ। ਇਹ ਸਾਬਿਤ ਕੀਤਾ ਹੈ 10 ਅਤੇ 7 ਸਾਲ ਉਮਰ ਦੀਆਂ ਦੋ ਸਕੀਆਂ ਭੈਣਾਂ ਨੇ, ਜਿਨ੍ਹਾਂ ਨੇ ਸਾਊਥ ਅਫਰੀਕਾ ਵਿੱਚ 21 ਅਗਸਤ ਤੋਂ 26 ਅਗਸਤ ਤੱਕ ਹੋਏ ਇੰਟਰਨੈਸ਼ਨਲ ਜੂਨੀਅਰ ਗੋਲਫ ਟੂਰਨਾਮੈਂਟ 'ਚ 10 ਦੇਸ਼ਾਂ ਦੇ ਖਿਡਾਰੀਆਂ ਨਾਲ ਮੁਕਾਬਲੇ ਖੇਡਦੇ ਹੋਏ ਦੋਵਾਂ ਭੈਣਾਂ ਨੇ ਫਸਟ ਪੋਜੀਸ਼ਨ ਹਾਸਿਲ ਕਰਦਿਆਂ ਹੋਇਆਂ 골ਡ ਮੈਡਲ ਹਾਸਿਲ ਕੀਤਾ ਹੈ। ਪੰਜਾਬ ਅਤੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਇਹ ਪੰਜਾਬੀ ਭੈਣਾਂ ਨੇ ਰਬਾਬ ਕਹਾਲੋ ਅਤੇ ਗੈਰਤ ਕਹਾਲੋ, ਇਹ ਦੋਵੇਂ ਭੈਣਾਂ ਸਵਰਗਵਾਸੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੀਆਂ ਦੋਤਰੀਆਂ ਨੇ। ਸਾਊਥ ਅਫਰੀਕਾ ਤੋਂ 골ਡ ਜਿੱਤ ਕੇ ਦੋਵੇਂ ਭੈਣਾਂ ਜਦੋਂ ਬਟਾਲਾ ਨਜ਼ਦੀਕ ਆਪਣੇ ਨਾਨਕੇ ਪਿੰਡ ਸੇਖਵਾਂ ਆਈਆਂ ਤਾਂ ਉੱਥੇ ਮੀਡੀਆ ਟੀਮ ਨੇ ਦੋਨਾਂ ਭੈਣਾਂ ਅਤੇ ਇਹਨਾਂ ਦੇ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਤਾਂ ਦੋਵੇਂ ਭੈਣਾਂ ਨੇ ਪਿਛਲੇ 3-4 ਸਾਲਾਂ ਤੋਂ ਮੁਹਾਲੀ ਵਿਖੇ ਗੋਲਫ ਖੇਡ ਦੀ ਪ੍ਰੈਕਟਿਸ ਕਰਦੀਆਂ ਨੇ ਅਤੇ ਇਹ ਦੋਵੇਂ ਭੈਣਾਂ ਆਪਣੇ ਕੋਚ ਅਰਜੁਨ ਅਵਾਰਡੀ ਹਰਮੀਤ ਕਾਲੋ ਕੋਲੋਂ ਗੋਲਫ ਦੀਆਂ ਬਾਰੀਕੀਆਂ ਸਿੱਖ ਰਹੀਆਂ ਨੇ। ਦੋਵਾਂ ਭੈਣਾਂ ਦਾ ਸੁਪਨਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਓਲੰਪਿਕ ਵਿੱਚ ਗੋਲਫ ਖੇਡ ਕੇ ਦੇਸ਼ ਲਈ 골ਡ ਜਿੱਤਣਾ। ਦੋਵਾਂ ਭੈਣਾਂ ਦੇ ਮਾਪੇ ਮਾਂ ਡਾਕਟਰ ਅਕਲ ਕਲਾ ਕੌਰ ਅਤੇ ਪਿਤਾ ਕੈਪਟਨ ਗੁਰ ਅਮਰਦੀਪ ਸਿੰਘ, ਜਿਨ੍ਹਾਂ ਨੇ ਆਪਣੀਆਂ ਦੋਨਾਂ ਬੇਟੀਆਂ ਦੇ ਇਸ ਗੁਣ ਨੂੰ ਪਹਿਚਾਨਿਆ ਅਤੇ ਉਹਨਾਂ ਨੂੰ ਅੱਗੇ ਵਧਣ ਵਿੱਚ ਹਰ ਮਦਦ ਕੀਤੀ। ਇਹਨਾਂ ਦੋਵਾਂ ਭੈਣਾਂ ਦੀਆਂ ਖਵਾਇਸ਼ਾਂ ਵੱਡੀਆਂ ਨੇ। ਦੋਨਾਂ ਭੈਣਾਂ ਦੀ ਗੋਲਫ ਦੇ ਜ਼ਰੀਏ ਓਲੰਪਿਕ ਤੱਕ ਪਹੁੰਚਣ ਦੀ ਖਵਾਇਸ਼ ਹੈ ਅਤੇ ਦੇਸ਼ ਲਈ 골ਡ ਜਿੱਤਣ ਦਾ ਸੁਪਨਾ ਦੇਖ ਰਹੀਆਂ ਨੇ। ਇਹ ਦੋਵੇਂ ਭੈਣਾਂ ਇਸ ਸੁਪਨੇ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰ ਰਹੀਆਂ ਨੇ ਅਤੇ ਰੋਜ਼ਾਨਾ ਹੀ 2 ਘੰਟੇ ਕੋਚ ਹਰਮੀਤ ਕਾਲੋ ਦੀ ਦੇਖਰੇਖ ਵਿੱਚ ਇਸ ਖੇਡ ਦੀ ਪ੍ਰੈਕਟਿਸ ਕਰਦੀਆਂ ਨੇ। ਛੋਟੀ ਉਮਰ ਵਿੱਚ ਹੀ ਇਹ ਭੈਣਾਂ ਦੀ ਇਸ ਪ੍ਰਾਪਤੀ ਨੂੰ ਦੇਖ ਕੇ ਅਗਰ ਇਹ ਕਿਹਾ ਜਾਵੇ ਕਿ ਨਿੱਕੀ ਉਮਰੇ ਵੱਡੀਆਂ ਪੁਲੰਘਾਂ ਤਾਂ ਇਹ ਗਲਤ ਨਹੀਂ ਹੋਵੇਗਾ। ਮੀਡੀਆ ਟੀਮ ਨਾਲ ਗੱਲਬਾਤ ਕਰਦਿਆਂ ਇਹਨਾਂ ਦੋ ਸਖੀਆਂ ਭੈਣਾਂ ਨੇ ਕੀ ਕੁਝ ਦੱਸਿਆ, ਆਓ ਸੁਣਦੇ ਹਾਂ। ਮੈਨੂੰ 4 ਸਾਲ ਹੋ ਗਏ ਨੇ ਗੋਲਫ ਖੇਡਦੇ ਨੂੰ ਤੇ ਮੈਂ ਗੋਲਫ ਸਟਾਰਟ ਕੀਤੀ ਸੀ ਜਦੋਂ ਮੈਂ 7 ਸਾਲ ਦੀ ਸੀ। ਕਿੱਥੇ ਕਿੱਥੇ ਖੇਡ ਲਿਆ ਜੀ? ਮੈਂ ਹਜੇ ਤੱਕ ਸਾਊਥ ਅਫਰੀਕਾ ਹੀ ਗਈ ਹਾਂ। ਕਿਹੜੀ ਕਿਹੜੀ ਪੋਜੀਸ਼ਨ ਰਹੀ ਉੱਥੇ? ਫਸਟ, ਸੈਕਿੰਡ ਤੇ ਥਰਡ। ਕਿੰਨੀਆਂ ਕੰਟਰੀਆਂ ਸੀ ਔਰ ਕਿੰਨੇ ਬੱਚੇ ਸੀ ਉੱਥੇ ਜਿਨ੍ਹਾਂ ਨੂੰ ਹਰਾ ਕੇ ਤੇ ਫਸਟ ਪ੍ਰਾਈਜ਼ ਲਿਆ? ਟੋਟਲ ਵੈਸੇ ਤਾਂ 10 ਬੱਚੇ ਸੀਗੇ, ਕਈ ਯੂਕੇ ਤੋਂ ਸੀਗੇ, ਥਾਈਲੈਂਡ ਤੋਂ ਸੀਗੇ ਤੇ ਹੋਰ ਵੀ ਕੰਟਰੀਜ਼ ਤੋਂ ਸੀਗੇ। ਟੋਟਲ ਕਿੰਨੀਆਂ ਕੰਟਰੀਆਂ ਸੀ? ਟੋਟਲ 5। ਔਰ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਮੌਸਮ ਔਰ ਗਰਾਊਂਡ 'ਚ ਕਿੰਨਾ ਕੁ ਫਰਕ ਵਾ ਇੰਡੀਆ ਔਰ ਸਾਊਥ ਅਫਰੀਕਾ 'ਚ? ਇੱਥੇ ਗਰਮੀ ਸੀਗਾ, ਉੱਥੇ ਠੰਡ ਸੀਗੀ। ਮਤਲਬ ਉੱਥੇ ਨਾਰਥ ਵਿੱਚ ਸਨੋਫਾਲ ਹੁੰਦੀ ਸੀ, ਉੱਥੋਂ ਬੜੀ ਠੰਡੀ ਹਵਾ ਆਉਂਦੀ ਹੁੰਦੀ ਸੀ ਉੱਥੋਂ। ਤੇ ਕੋਈ ਦਿੱਕਤ ਵੀ ਆਈ? ਉੱਥੇ ਵਾਟਰ ਬੋਡੀਜ਼ ਬਹੁਤ ਸੀਗੀਆਂ, ਗ੍ਰੀਨਸ ਬੜੀਆਂ ਫਾਸਟ ਸੀਗੀਆਂ ਤੇ ਮੈਂ ਬਿਮਾਰ ਵੀ ਪੈ ਗਈ ਸੀਗੀ। ਕੀ ਹੋਇਆ ਸੀ? ਕੀ ਪ੍ਰੋਬਲਮ ਆਈ ਸੀ? ਮੈਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਆਈ ਵਾਟਰ ਬੋਡੀਜ਼ ਵਿੱਚ। ਮਤਲਬ ਹਰੇ ਗ੍ਰੀਨ ਤੋਂ ਪਿੱਛੇ 20 ਯਾਰਡ ਦੀ ਤਾਂ ਸੀਗੀ ਵਾਟਰ ਬੋਡੀ। ਮਤਲਬ ਉਹਨੂੰ ਟਪਾਉਣੀ ਵੀ ਇੱਕ ਟਾਸਕ ਹੁੰਦਾ ਆ। ਹੁਣ ਜੇ ज़्यादा मार ली वो भी एक शॉट मन्निया जाता है, घट मार लिया वो फिर 3 शॉट मन्ने जाते हैं। मतलब बड़े फोकस नाल 20 यार्ड दे ग्रीन दे अंदर तुहानूं एक छोटी जी बॉल पानी होंदी है। तबीयत ਨੂੰ ਲੈ ਕੇ ਕੀ ਮੁਸ਼ਕਿਲ ਆਈ ਔਰ ਉਹਨੂੰ ਕਿਸ ਤਰ੍ਹਾਂ ਸੋਲਵ ਕੀਤਾ? मम्मा मैं तो मेरी सिस्टर आप डिनर तो पहला हर बार डिस्कस करते होंगे सी ड्रॉ करके कि
ਇਹ ਵਾਲੇ ਹੋਲ ਕਿੱਦਾਂ ਗਿਆ ਤੇ ਇਦਾਂ ਕਿਉਂ ਗਿਆ। जी तबीयत खराब हुई किस तरह खराब हुई और होया की सी ਉੱਥੇ ਬਹੁਤ ਠੰਡ ਸੀਗੀ ਤੇ ਮੈਂ ਇੱਕ ਦਿਨ ਹਾਫ ਸਲੀਵਸ ਵਿੱਚ ਚੱਲ ਗਈ। ਮੈਨੂੰ ਲੱਗੇ ਕਿ ਠੀਕ ਹੋਣਾ, ਮਤਲਬ ਮੇਰੀ ਬਾਡੀ ਹਲੇ ਅਡੈਪਟ ਨਹੀਂ ਹੋਈ ਸੀਗੀ ਤੇ ਮੈਨੂੰ ਹੌਲੀ ਹੌਲੀ ਕਰਕੇ ਮੈਨੂੰ ਇਦਾਂ ਠੰਡ ਲੱਗੀ ਤੇ 103 ਮੈਨੂੰ ਫੀਵਰ ਹੋ ਗਿਆ। फिर उन्होंने किस तरह मैच कितना खेडिया या छड्डन दा सोचा कि खेल लिया फिर ਮੈਂ ਸੋਚਿਆ ਸੀ ਪਹਿਲਾਂ ਕਿ ਮੈਂ ਛੱਡ ਦਾਂ, ਫਿਰ ਮੈਂ ਸੋਚਿਆ ਸੀ ਕਿ ਨਹੀਂ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੀ ਹਾਂ ਤੇ ਮੈਨੂੰ ਨਹੀਂ ਛੱਡਣਾ ਚਾਹੀਦਾ, ਮੈਨੂੰ ਮਤਲਬ ਪਾਰਟਿਸਿਪੇਟ ਐਟਲੀਸਟ ਕਰਨਾ ਚਾਹੀਦਾ ਹੈ। ਉੱਥੇ ਜਦੋਂ ਇਨ੍ਹਾਂ ਖਿਡਾਰਨਾਂ ਦੇ ਮਾਤਾ ਅਤੇ ਪਿਤਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ। ਪਹਿਲਾਂ ਜਦੋਂ ਬੱਚਿਆਂ ਬਾਰੇ ਪਤਾ ਲੱਗਿਆ ਉੱਪਰ ਵਾਲੇ ਦਾ ਸ਼ੁਕਰੀਆ ਅਦਾ ਕੀਤਾ, ਠੀਕ ਹੈ, ਕਿਉਂਕਿ ਉੱਪਰ ਵਾਲੇ ਦੇ ਮਿਹਰ ਤੋਂ ਬਿਨਾਂ ਤੇ ਵੱਡੇ ਵਡੇਰਿਆਂ ਦੇ ਆਸ਼ੀਰਵਾਦ ਤੋਂ ਬਿਨਾਂ ਇਹ ਚੀਜ਼ਾਂ ਪੋਸੀਬਲ ਨਹੀਂ ਹੁੰਦੀਆਂ। ਕਿਉਂਕਿ ਦੇਖੋ ਦੁਨੀਆ ਸਾਰੀ ਚਾਹੁੰਦੀ ਹੈ ਕਿ ਸਾਡਾ ਨਾਂ ਹੋਵੇ ਤੇ ਅਸੀਂ ਕੁਝ ਆਪਣਾ ਵੱਖਰੀ ਪਹਿਚਾਣ ਬਣਾਈਏ, ਬਟ ਹਰ ਕੋਈ ਸਕਸੈਸਫੁਲ ਨਹੀਂ ਹੋ ਪਾਉਂਦਾ। ਤੇ ਬੱਚਿਆਂ ਇੱਥੇ ਇੰਨੀ ਦੂਰ ਗਏ, ਇਹਨਾਂ ਨੇ ਪੋਜੀਸ਼ਨਸ ਲਈਆਂ ਤੇ ਇਹ ਬੜੇ ਮਾਣ ਵਾਲੀ ਗੱਲ ਹੈ ਆਪਣੇ ਵਾਸਤੇ, ਆਪਣੇ ਸੂਬੇ ਵਾਸਤੇ, ਆਪਣੇ ਦੇਸ਼ ਵਾਸਤੇ। खास करके ਦੇਖੋ ਜੀ ਇਹ ਸਪੈਸ਼ਲੀ ਇੱਕ ਮੈਸੇਜ ਹੈ ਕਿ ਜਿਹੜੇ ਸਟੀਰੀਓਟਾਈਪ ਥਿੰਕਿੰਗ ਵਾਲੇ ਹੁੰਦੇ ਨੇ ਪੇਰੈਂਟਸ ਕਿ ਨਹੀਂ ਜੀ ਸਾਨੂੰ ਮੁੰਡਾ ਚਾਹੀਦਾ ਹੈ ਤੇ ਜਾਂ ਸਾਨੂੰ ਠੀਕ ਹੈ ਇੱਕ ਕੁੜੀ ਤੇ ਇੱਕ ਮੁੰਡਾ ਹੋ ਜੇ, ਬਟ ਮੈਨੂੰ ਕਦੇ ਮਾਈਂਡ ਵਿੱਚ ਇਹ ਨਹੀਂ ਆਇਆ ਕਿ ਮੇਰੀਆਂ 2 ਬੇਟੀਆਂ ਨੇ, ਠੀਕ ਹੈ, ਜਾਂ ਕਿਸੇ ਵਜ੍ਹਾ ਕਰਕੇ ਇਹਨਾਂ ਨੂੰ ਕੋਈ ਓਪਰਚੁਨਿਟੀ ਨਾ ਦੇਵਾਂ। ਮੈਨੂੰ ਤੇ ਮੇਰੀ ਵਾਈਫ ਨੇ ਸੀਗੀ ਕਿ ਜੋ ਅਸੀਂ ਸਾਡੀ ਹੈਸੀਅਤ ਜਿੰਨੀ ਕੁ ਹੈਗੀ ਆ ਅਸੀਂ ਇਹਨਾਂ ਨੂੰ ਉਹ ਸਾਰੀਆਂ ਫੈਸਿਲਿਟੀਜ਼ ਜਾਂ ਓਪਰਚੁਨਿਟੀਜ਼ ਦਈਏ ਜਿਹੜੀ ਕਿ ਅਸੀਂ ਇੱਕ ਬੇਟੇ ਨੂੰ ਦਿੰਦੇ, ਤੇ ਰਿਜ਼ਲਟਸ ਇਹਨਾਂ ਨੇ ਤੁਹਾਡੇ ਸਾਹਮਣੇ ਲਿਆ ਕੇ ਰੱਖੇ ਨੇ ਤੇ ਸਾਰਿਆਂ ਲਈ, ਤੁਹਾਡੇ ਲਈ, ਸਾਡੇ ਲਈ, ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਮੈਂ ਬੜੀ ਐਂਬੀਸ਼ੀਅਸ ਸੀਗੀ ਕਿ ਕੁਝ ਵੀ ਪ੍ਰੋਫੈਸ਼ਨ ਲਾਈਫ 'ਚ ਕਰਨਾ ਹੀ ਕਰਨਾ ਹੈ, ਬਟ ਆਈ ਥਿੰਕ ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ ਤੇ ਉਦੋਂ ਤੁਹਾਡਾ ਸਾਰਾ ਕੁਝ ਮਦਰ ਦਾ ਤਾਂ ਪਿੱਛੇ ਰਹਿ ਜਾਂਦਾ ਹੈ, ਦੈਨ ਯੂ ਸਟਾਰਟ ਲੁਕਿੰਗ ਫਾਰਵਰਡ ਕਿ ਬੱਚਿਆਂ ਦਾ ਫਿਊਚਰ ਬ੍ਰਾਈਟ ਕਰ ਲਈਏ। ਤੇ ਪਹਿਲੇ ਮੈਂ ਪ੍ਰੈਕਟਿਸ ਘੱਟ ਕੀਤੀ, ਫਿਰ ਹੌਲੀ ਹੌਲੀ ਬਿਲਕੁਲ ਹੀ ਬੰਦ ਕਰ ਦਿੱਤੀ ਕਿਉਂਕਿ ਬੱਚਿਆਂ ਦੀ ਗੇਮ ਜਿਹੜੀ ਉਹ ਡਿਮਾਂਡਿੰਗ ਸੀਗੀ। ਬੱਚਿਆਂ ਨੂੰ ਲਿਆਉਣਾ ਛੱਡਣਾ, ਇਹਨਾਂ ਦੇ ਫਾਦਰ ਜਿਹੜੇ ਨੇ ਉਹ ਮਰਚਨੇ ਵਿੱਚ ਕੈਪਟਨ ਨੇ ਤੇ ਅੱਧਾ ਸਾਲ ਤੇ ਉਹ ਘਰ ਤੋਂ ਬਾਹਰ ਹੀ ਰਹਿੰਦੇ ਆ, ਫਿਰ ਘਰ ਦਾ ਬੱਚਿਆਂ ਦਾ ਸਾਰਾ ਕੁਝ ਮੈਨੂੰ ਹੀ ਵੇਖਣਾ ਪੈਂਦਾ ਸੀਗਾ ਤੇ ਫਿਰ ਉਹ ਮੈਨੂੰ ਕੰਪਰੋਮਾਈਜ਼ ਕਰਨਾ ਹੀ ਪਿਆ। ਕਿੰਨਾ ਕੁ ਟਾਈਮ ਦਿੰਦੇ ਹੋ ਬੱਚਿਆਂ ਨੂੰ ਕਿਉਂਕਿ ਗੇਮ ਵੀ ਲੰਬੀ ਹੈ ਹਾਂਜੀ ਔਰ ਗੇਮ ਮਹਿੰਗੀ ਵੀ ਹੈ, ਉਹਦੇ ਚ ਕਿੰਨਾ ਕੁ ਟਾਈਮ ਲੱਗਦਾ ਔਰ ਸਟੱਡੀ ਨੂੰ ਕਿੱਦਾਂ ਬੈਲੈਂਸ ਕਰਦੇ ਹੋ? ਵੇਖੋ ਜੀ ਬਹੁਤ ਡਿਮਾਂਡਿੰਗ ਗੇਮ ਆ, ਜਿੰਨੀ ਵੇਖਣ 'ਚ ਸੌਖੀ ਲੱਗਦੀ ਆ ਇਹ ਪ੍ਰੈਸੀਜਨ ਬਹੁਤ ਚਾਹੀਦੀ ਆ ਇਹਦੇ ਵਾਸਤੇ। ਵੇਖੋ ਛੋਟਾ ਜਿਹਾ ਹੋਲ ਆ ਤੇ ਉਹਦੇ 'ਚ ਤੁਸੀਂ ਬਾਲ ਜਿਹੜੀ ਉਹ ਪਾ ਕੇ ਐਂਡ ਇੱਥੋਂ ਤੁਸੀਂ ਕਰਦੇ ਹੋ ਤੇ ਇਹਦੇ ਵਾਸਤੇ ਬੱਚੇ ਤੇ ਕੋਚਿੰਗ ਲੈ ਹੀ ਰਹੇ ਹੁੰਦੇ ਆ। ਜਿਵੇਂ ਤੁਸੀਂ ਕੋਚਿੰਗ ਲੈ ਰਹੀ ਫਿਰ ਉਹ ਤੁਹਾਨੂੰ ਜਾ ਕੇ ਸਮਝਣਾ ਪੈਂਦਾ ਤਾਂ ਕਿ ਤੁਸੀਂ ਉਸ ਕੋਚਿੰਗ ਦੀ ਫਿਰ ਪ੍ਰੈਕਟਿਸ ਕਰ ਸਕੋ ਤੇ ਇਸ ਕਰਕੇ ਸਾਨੂੰ ਨਾਲ ਹੀ ਰਹਿਣਾ ਪੈਂਦਾ। ਬਾਕੀ ਗੇਮ ਦੀ ਤਰ੍ਹਾਂ ਅਸੀਂ ਇਹ ਨਹੀਂ ਕਰ ਸਕਦੇ ਕਿ ਬੱਚਿਆਂ ਨੂੰ ਉੱਥੇ ਹੀ ਛੱਡ ਆਓ, ਬੱਚਿਆਂ ਦੇ ਨਾਲ ਹੀ ਰਹਿਣਾ ਪੈਂਦਾ। ਮੈਨੂੰ ਲੱਗਦਾ ਹੈ ਕਿ ਡੈਸਟਨੀ ਹੈ ਇਹਨਾਂ ਦੀ ਕਿ ਇਹ ਵਾਲੀ ਗੇਮ ਦੇ ਵਿੱਚ ਇਹਨਾਂ ਇੰਟਰਸਟ ਸ਼ੋ ਕੀਤਾ। ਮੈਨੂੰ ਲੱਗਦਾ ਹੈ ਕਿ ਜਿਵੇਂ ਸਕੂਲ ਵਿੱਚ ਤੁਹਾਡਾ ਉਹੀ ਸਬਜੈਕਟ ਫੇਵਰੇਟ ਹੁੰਦਾ ਹੈ ਜਿਹੜਾ ਤੁਹਾਡਾ ਟੀਚਰ ਵਧੀਆ ਹੋਵੇ, ਇੱਥੇ ਇਹਨਾਂ ਦੇ ਸਕੂਲ ਦੇ ਵੀ ਕੋਚ ਬੜੇ ਸਪੋਰਟਿਵ ਤੇ ਬੜੇ ਅੱਛੇ ਸੀਗੇ ਤੇ ਜਿਹੜੀ ਆਪਣੀ ਪ੍ਰਾਈਵੇਟ ਪ੍ਰੈਕਟਿਸ ਕਰਦੇ ਸੀ ਉੱਥੇ ਵੀ ਹਰਮੀਤ ਕਾਲੋਂ ਸਰ ਸੀਗੇ, ਉਹ ਵੀ ਬੜੇ ਇਨਕਰੇਜਿੰਗ ਸੀਗੇ ਤੇ ਇਹਨਾਂ ਦਾ ਇੰਟਰਸਟ ਬਣ ਗਿਆ ਇਹਦੇ ਵਿੱਚ। ਹੋਰ ਵੀ ਗੇਮਸ ਇਹਨਾਂ ਖੇਲੀਆਂ ਪਰ ਉੱਥੇ ਇੰਟਰਸਟ ਇਹਨਾਂ ਨਹੀਂ ਸ਼ੋ ਕੀਤਾ। ਇੱਕ ਤਾਂ ਮੈਂ ਇਹਨਾਂ ਨੂੰ ਇਕੱਲੇ ਲੈ ਕੇ ਗਈ ਸੀ ਤੇ ਉੱਥੇ ਵੈਦਰ ਦਾ ਡਿਫਰੈਂਸ ਸੀਗਾ, ਉਹ ਸਦਰਨ ਹੈਮੀਸਫੇਅਰ ਅਸੀਂ ਨਾਰਦਰਨ ਵਿੱਚ ਹੈਗੇ ਹਾਂ, ਉੱਥੇ ਇੱਥੇ ਗਰਮੀ ਸੀ ਉੱਥੇ ਸਰਦੀ ਸੀਗੀ ਤੇ ਹਵਾ ਬਹੁਤ ਠੰਡੀ ਚੱਲਦੀ ਸੀ। ਜਿਵੇਂ ਸਾਡੇ ਇੱਥੇ ਇੰਡੀਆ 'ਚ ਇੰਨੀ ਠੰਡੀ ਹਵਾ ਇੰਨੀ ਨਹੀਂ ਚੱਲਦੀ ਜਿਵੇਂ ਉੱਥੇ ਸੀਗੀ ਤੇ ਉੱਥੇ ਦੋਨਾਂ ਨੂੰ ਹੀ ਗੈਰਤ ਵੀ, ਪਹਿਲੇ ਗੈਰਤ ਬਿਮਾਰ ਹੋਈ ਸੀ ਪਰ ਗੈਰਤ ਦੇ ਟੂਰਨਾਮੈਂਟ ਜੇ ਟਾਈਮ ਸੀਗਾ ਇਹ ਪਹਿਲੇ ਬਿਮਾਰ ਹੋ ਕੇ ਠੀਕ ਹੋ ਗਈ ਸੀ ਉਦੋਂ ਤੱਕ। ਤੇ ਰਬਾਬ ਜਦੋਂ ਸੈਕਿੰਡ ਰਾਊਂਡ ਸੀਗਾ ਇਹਦਾ, ਪਹਿਲੇ ਇਹਨੂੰ ਕੋਲਡ ਹੋਇਆ ਠੰਡੀ ਹਵਾ ਕਰਕੇ, ਫਿਰ ਇਹਨੂੰ ਬੁਖਾਰ ਹੋ ਗਿਆ। ਫਿਰ ਮੈਂ ਇਹਨਾਂ ਦੇ ਪਾਪਾ ਨੂੰ ਕਿਹਾ ਕਿ ਰਬਾਬ ਤੇ ਬਹੁਤ ਬਿਮਾਰ ਹੋ ਗਈ ਆ ਤੇ ਇਹ ਕਹਿੰਦੇ ਕਿ ਤੁਸੀਂ ਕੋਈ ਗੱਲ ਨਹੀਂ, ਤੁਸੀਂ ਟੂਰਨਾਮੈਂਟ ਛੱਡ ਦਿਓ ਕਿ ਪਹਿਲੇ ਜਿਹੜੀ ਸਿਹਤ ਆ ਉਹ ਜ਼ਿਆਦਾ ਜ਼ਰੂਰੀ ਹੈ। ਤੇ ਰਬਾਬ ਨੂੰ ਮੈਂ ਸਵੇਰੇ ਉਠਾਇਆ ਨਹੀਂ, ਮੈਂ ਕਿਹਾ ਰਬਾਬ ਤੁਸੀਂ ਠੀਕ ਨਹੀਂ ਹੋ ਤਾਂ ਤੁਸੀਂ ਨਾ ਖੇਲੋ ਤੇ ਬੈਠ ਰਿਹਾ। ਪਰ ਰਬਾਬ ਨੇ ਕਿਹਾ ਕਿ ਨਹੀਂ ਮੰਮਾ, ਜੇ ਮੈਂ ਆਈ ਹਾਂ ਤੇ ਮੈਂ ਖੇਲੂੰਗੀ ਜ਼ਰੂਰ, ਜਿੰਨਾ ਮਰਜ਼ੀ ਫੀਵਰ ਹੋਵੇ ਬਟ ਆਈ ਵਿਲ ਪਲੇ। ਬਿਲਕੁਲ ਮੈਨੂੰ ਲੱਗਦਾ ਕਿ
ਪਰਮਾਤਮਾ ਦੀ ਕਿਰਪਾ ਹੋਵੇ ਤੁਹਾਡੇ ਉੱਤੇ ਤੇ ਤੁਸੀਂ ਤਾਂ ਹੀ ਇੰਨੀ ਸ਼ੌਹਰਤ ਇੰਨੀ ਛੋਟੀ ਏਜ ਵਿੱਚ ਲੈ ਸਕਦੇ ਹੋ। ਬੜਾ ਵਧੀਆ ਲੱਗਿਆ। ਇਹ ਸੋਚ ਕੇ ਹੀ ਗਏ ਸੀਗੇ ਕਿ ਅਸੀਂ ਗਏ ਹਾਂ ਤਾਂ ਕੋਈ ਪੋਜੀਸ਼ਨ ਅਸੀਂ ਲੈ ਕੇ ਆਵਾਂਗੇ। ਖੈਰ ਮਿਹਨਤ ਵੀ ਬਹੁਤ ਕੀਤੀ ਬੱਚਿਆਂ ਨੇ, ਸਾਰਾ ਦਿਨ ਕੋਰਸ 'ਤੇ ਆਪਣੀ ਪ੍ਰੈਕਟਿਸ ਕਰਦੇ ਸੀਗੇ ਅਤੇ ਬਹੁਤ ਵਧੀਆ ਲੱਗਿਆ। ਬਹੁਤ ਮਨ ਨੂੰ ਖੁਸ਼ੀ ਹੋਈ ਜਦੋਂ ਗਏ ਵੀ, ਖੇਲੇ ਵੀ ਅਤੇ ਫਿਰ ਆਪਣੇ ਦੇਸ਼ ਵਾਸਤੇ ਸੋਨ ਤਗਮਾ ਵੀ ਲੈ ਕੇ ਆਏ। ਉੱਥੇ ਇਸ ਸੰਬੰਧੀ ਇਨ੍ਹਾਂ ਖਿਡਾਰਨਾਂ ਦੇ ਕੋਚ ਹਰਮੀਤ ਕਾਲੋ ਨੇ ਕੀ ਕੁਝ ਦੱਸਿਆ, ਆਓ ਜਾਣਦੇ ਹਾਂ। ਦੇਖੋ ਜੀ, ਮੈਂ ਵੀ ਕਾਲੋਂ ਹਾਂ, ਇਹ ਵੀ ਕਾਲੋਂ ਨੇ, ਤੇ ਇਹ ਜ਼ਾਹਿਰ ਹੈ ਕਿ ਕੁਛ ਨਾ ਕੁਛ ਤਾਂ ਜਿਹੜਾ ਰਿਸ਼ਤਾ ਹੈ ਉਹ ਬਣ ਹੀ ਜਾਂਦਾ ਹੈ ਜੀ। ਬਾਕੀ ਮੋਹਾਲੀ ਗੋਲਫ ਰੇਂਜ ਤੇ ਪੰਜਾਬ ਸਰਕਾਰ ਨੇ ਬੜੀ ਵਧੀਆ ਫੈਸਿਲਿਟੀ ਬਣਾਈ ਹੈ। ਪੇਰੈਂਟਸ ਨੇ ਬਹੁਤ ਇਹਨਾਂ ਨੂੰ ਇਨਕਰੇਜ ਕੀਤਾ, ਲੈ ਕੇ ਆਏ। ਤੇ ਬਾਕੀ ਤਾਂ ਜੀ ਬੱਚਿਆਂ ਦੀ ਤੇ ਪੇਰੈਂਟਸ ਦੀ ਮਿਹਨਤ ਹੈ। ਮੈਂ ਤਾਂ ਥੋੜਾ ਰਸਤਾ ਹੀ ਦਿਖਾਇਆ ਹੈ, ਬਟ ਹਮੇਸ਼ਾ ਬਹੁਤ ਹਾਰਡ ਵਰਕਿੰਗ ਸੀ ਰਬਾਬ, ਹੰਗਰ ਬਹੁਤ ਸੀ। ਤੇ ਉਹੀ ਮੈਨੂੰ ਹਾਲੇ ਵੀ ਓਬਜ਼ਰਵ ਕਰਦਾ ਰਹਿਣਾ। ਡੇਲੀ ਪ੍ਰੈਕਟਿਸ ਕਰਦੀ ਹੈ, ਇਹ ਲੱਗੇ ਰਹਿੰਦੇ ਹੈ, ਮੈਚ ਖੇਲਦੇ ਹੈ, ਜਿੱਤਦੇ ਹੈ, ਤੇ ਪੇਰੈਂਟਸ ਲੱਗੇ ਰਹਿੰਦੇ ਹੈ। ਫਾਦਰ ਸਾਹਿਬ ਬਾਹਰ ਰਹਿੰਦੇ ਨੇ, ਮੰਮੀ ਨਾਲ ਰਹਿੰਦੀ ਹੈ। ਤੇ ਛੋਟੀ ਗੈਰਤ ਵੀ ਉਹਨੂੰ ਦੇਖ ਕੇ, ਮੈਂ ਸ਼ੁਰੂ ਤੋਂ ਦੇਖਦਾ ਸੀ ਰਬਾਬ ਨੂੰ ਕੋਚਿੰਗ, ਅਤੇ ਗੈਰਤ ਆਪਣਾ ਲੱਗੀ ਰਹਿੰਦੀ ਸੀ, ਤੇ ਮੈਂ ਦੇਖਦਾ ਓਬਜ਼ਰਵ ਕਰਦਾ ਸੀ। ਵੈਰੀ ਇੰਟਰਸਟਿੰਗ। ਤੇ ਇਹਨਾਂ ਦੀ ਇੱਕ ਮਿਸਾਲ ਹੈਗੀ ਹੈ। ਬੱਚੇ ਇੱਕ ਤੁਹਾਨੂੰ ਸਪੋਰਟਸ ਦਾ ਪਤਾ ਹੈ, ਵੀਨਸ ਵਿਲੀਅਮ ਤੇ ਸਰੀਨਾ ਵਿਲੀਅਮ ਸਿਸਟਰਸ, ਤੇ ਗੋਲਫ 'ਚ ਜੈਸਿਕਾ ਤੇ ਨੈਲੀ ਕੋਡਾ ਟੌਪ ਪਲੇਅਰ ਹੈਗੇ ਨੇ। ਤੇ ਮੈਂ ਸਮਝਦਾ ਇਹ ਦੋ ਬੱਚਿਆਂ ਦਾ ਵੀ ਉਹੀ ਮਿਸਾਲ ਨਾਲ ਉਹੀ ਦੇ ਕੈਨ ਡੂ ਬੈਟਰ, ਉਹਨਾਂ ਤੋਂ ਵੀ ਹੋਰ ਚੰਗਾ। ਤੇ ਇੰਡੀਆ ਵਾਸਤੇ ਤੇ ਸੂਬੇ ਵਾਸਤੇ, ਪੰਜਾਬ ਵਾਸਤੇ ਬਹੁਤ ਵੱਡੀ ਗੱਲ ਹੈ। ਸਰ ਮੁਸ਼ਕਿਲ ਨਹੀਂ ਆਉਂਦੀ, ਪਰ ਇਹ ਹੈ ਕਿ ਕੰਫਰਟ ਜ਼ੋਨ ਆ ਜਾਂਦਾ ਹੈ ਜੇ ਤੁਸੀਂ ਸਿਮਿਲਰ ਕੰਡੀਸ਼ਨ 'ਤੇ ਖੇਲੋ। ਅਤੇ ਸਾਡਾ ਤਾਂ ਮਕਸਦ ਇਹੀ ਰਹੇਗਾ ਕਿ ਸਾਰੇ ਪਾਸੇ ਕਿ ਇਹ ਜਿਹੜੀ ਗ੍ਰੀਨ ਦੀ ਸਪੀਡ ਹੈ ਉਹਨੂੰ ਬੈਟਰ ਕੀਤਾ ਜਾਏ। ਮੈਂ ਸਾਰੇ ਪਾਸੇ ਇਹੀ ਗੱਲ ਕਰਨਾ ਚਾਹੁੰਦਾ ਕਿ ਵੀ ਸ਼ੁੱਡ ਇੰਪਲੀਮੈਂਟ ਦਿਸ ਬੈਟਰ, ਤਾਂ ਕਿ ਬੱਚਿਆਂ ਨੂੰ ਜ਼ਿਆਦਾ ਕੰਫਰਟ ਹੋ ਜਾਏ। ਅਤੇ ਬਾਕੀ ਮੈਂ ਸਮਝਦਾ ਕਿ ਜਿੰਨੀ ਮੈਚੋਰਿਟੀ ਨਾਲ ਰਬਾਬ ਖੇਲੀ ਹੈ ਅੰਡਰ ਬੁਖਾਰ, ਐਂਡ ਜਿੰਨੇ ਵਧੀਆ ਤਰੀਕੇ ਨਾਲ ਜਿੱਤੀ ਹੈ, ਅਤੇ ਮੈਂ ਸਮਝਦਾ ਕੌਨਫੀਡੈਂਸ ਬਹੁਤ ਹੈ। ਨੈਵਰ ਗਿਵ ਅਪ ਐਟੀਟਿਊਡ ਹੈ। ਅਤੇ ਇਹੀ ਚੀਜ਼ ਇੱਕ ਸਪੋਰਟਸ ਬੱਚਿਆਂ ਨੂੰ ਸਿਖਾਉਂਦੀ ਹੈ। ਇੰਨੀ ਛੋਟੀ ਉਮਰ 'ਚ ਇਹੋ ਜਿਹੀ ਗੱਲਾਂ ਕਰਨੀਆਂ ਇੰਨੀ ਮੈਚੋਰਿਟੀ ਨਾਲ, ਇਹ ਸਪੋਰਟਸ ਦੀ ਅਤੇ ਬੱਚਿਆਂ ਅਤੇ ਲੜਕੀਆਂ ਵਾਸਤੇ ਬਹੁਤ ਵੱਡੀ ਗੱਲ ਹੈ। ਅਤੇ ਮੇਰੀ ਬੈਸਟ ਵਿਸ਼ਿਸ ਬੱਚਿਆਂ ਨੂੰ ਅਤੇ ਉਹਨਾਂ ਦੇ ਪੇਰੈਂਟਸ, ਉਹਨਾਂ ਦੇ ਪਰਿਵਾਰਾਂ ਨੂੰ ਹੈ ਕਿ ਜੀ ਇਹ ਮਿਹਨਤ ਕਰਦੇ ਰਹਿਣ, ਅਤੇ ਅਸੀਂ ਜੋ ਵੀ ਇਹਨਾਂ ਦਾ ਸਾਰਾ ਤਾਂ ਹਾਰਡ ਵਰਕ ਇਹਨਾਂ ਦਾ, ਅਸੀਂ ਤਾਂ ਥੋੜ੍ਹਾ ਰਸਤਾ ਹੀ ਦਿਖਾਉਣਾ ਹੈ। ਥੈਂਕ ਯੂ। ਏਵਨ ਮੀਡੀਆ ਲਈ ਬਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ।